मेरा ਨਾਂ खुशी है ਤੇ ਮੇਰੀ ਉਮਰ 28 ਸਾਲ ਹੈ ਤੇ ਮੈਂ ਦਿੱਲੀ ਦੀ ਰਹਿਣ ਵਾਲੀ ਹਾਂ। ਦਿੱਲੀ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੀ ਮੁਮਤਾਜ਼ ਬੇਗਮ ਬਿਨਾਂ ਕਿਸੇ ਮਰਦ ਦੇ ਅੱਜ ਤੱਕ 20 ਬੱਚੇ ਪੈਦਾ ਕਰ ਚੁੱਕੀ ਹੈ। ਜੋ ਵੀ ਇਹਨਾਂ ਬੱਚਿਆਂ ਨੂੰ ਗੋਦ ਲੈਂਦਾ ਹੈ ਮਾਲਾ ਮਾਲ ਹੋ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਮਤਾਜ਼ ਬੇਗਮ ਨੂੰ ਅੱਜ ਤੱਕ ਕਿਸੇ ਮਰਦ ਨੇ ਨਹੀਂ ਦੇਖਿਆ। ਇਸ ਦੇ ਪਿੱਛੇ ਦਾ ਰਾਜ਼ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਮੇਰੇ ਕੋਲ ਜ਼ਿੰਦਗੀ ਦੀ ਹਰ ਸਹੂਲਤ ਸੀ, ਧਨ ਦੌਲਤ, ऐसो आराम, पैसा, इज्जत, दुनिया की कोई चीज़ इदां दी नहीं सी जो मेरे कोल नहीं सी। पर वो चीज़ जिस दे दम ते दुनिया विच रंग हुंदे हन, रौनक हुंदी है, वो मेरे कोल नहीं सी। मेरे कोई औलाद नहीं सी। मेरे विआह नूं 8 साल हो चुके सी ते हुण तक मैं बेऔलाद सी। मैं अपने पति नूं बहुत कहा सी तू मैनूं छड्ड दे ते दूजा विआह करा लै, पर वो ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਕਹਿੰਦਾ ਸੀ ਜੇ ਬੱਚਾ ਹੋਣਾ ਹੋਇਆ ਤਾਂ ਤੇਰੇ ਤੋਂ ਹੀ ਹੋ ਜਾਵੇਗਾ, ਪਰ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਨਹੀਂ ਕਰੂੰਗਾ। ਮੈਂ ਚੰਗੀ ਨੌਕਰੀ ਕਰ ਰਹੀ ਸੀ ਜਦੋਂ ਕਿ ਮੇਰੇ ਪਤੀ ਦਾ ਆਪਣਾ ਬਿਜ਼ਨਸ ਸੀ। ਸਾਡੇ ਦੋਵਾਂ ਨੂੰ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਕਿਸੇ ਦਾ ਬੱਚਾ ਗੋਦ ਲੈ ਲੈਂਦੇ ਹਾਂ, ਪਰ ਉਹ ਇਸ ਤੇ ਰਾਜ਼ੀ ਨਹੀਂ ਹੋਇਆ। ਉਸ ਵਿੱਚ ਹੌਸਲਾ ਨਹੀਂ ਸੀ ਕਿ ਉਹ ਕਿਸੇ ਹੋਰ ਦੇ ਬੱਚੇ ਨੂੰ ਪਾਲਦਾ। ਉਸ ਨੂੰ ਆਪਣੀ ਪਤਨੀ ਤੋਂ ਹੀ ਬੱਚਾ ਚਾਹੀਦਾ ਸੀ। ਜਦੋਂ ਤੱਕ ਮੇਰੀ ਸੱਸ ਜਿਉਂਦੀ ਸੀ ਉਦੋਂ ਤੱਕ ਉਹ ਆਪਣੇ ਮੁੰਡੇ ਨੂੰ ਮੈਨੂੰ ਛੱਡਣ ਲਈ ਤੇ ਦੂਜੇ ਵਿਆਹ ਦੇ ਲਈ ਭੜਕਾਉਂਦੀ ਰਹਿੰਦੀ ਸੀ। ਪਰ ਮੇਰਾ ਪਤੀ ਉਦੋਂ ਵੀ ਰਾਜ਼ੀ ਨਹੀਂ ਸੀ ਤੇ ਉਹ ਵਿਚਾਰੀ ਪੋਤਾ ਪੋਤੀ ਦੀ ਹਸਰਤ ਦਿਲ ਵਿੱਚ ਲੈ ਕੇ ਹੀ ਚਲੀ ਗਈ। ਮੇਰਾ ਸਹੁਰਾ ਜਿਉਂਦਾ ਸੀ ਤੇ ਉਸ ਦੇ ਇਲਾਵਾ ਵੀ ਸਹੁਰੇ ਵਿੱਚ ਬਹੁਤ ਰਿਸ਼ਤੇਦਾਰ ਸੀ, ਪਰ ਕੋਈ ਵੀ ਸਾਡੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਸੀ। ਮੇਰੇ ਪਤੀ ਨੇ ਸਭ ਨੂੰ ਕਹਿ ਰੱਖਿਆ ਸੀ ਕਿ ਜੇ ਮੇਰੀ ਪਤਨੀ ਨੂੰ ਕਿਸੇ ਨੇ ਬੱਚਾ ਨਾ ਹੋਣ ਦਾ ਤਾਨਾ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਸ ਲਈ ਮੇਰੀ ਜ਼ਿੰਦਗੀ ਵਿੱਚ ਸਹੁਰੇ ਵਾਲਿਆਂ ਦੇ ਪਾਸੇ ਤੋਂ ਕੋਈ ਵੀ ਪਰੇਸ਼ਾਨੀ ਨਹੀਂ ਸੀ। ਮੇਰਾ ਨਾਂ ਖੁਸ਼ੀ ਹੈ। ਮੈਂ ਦਿੱਲੀ ਤੋਂ ਹਾਂ। ਮੈਂ 4 ਭਰਾਵਾਂ ਦੀ ਇਕਲੌਤੀ ਭੈਣ ਹਾਂ। ਮੇਰੇ ਪਾਪਾ ਦਾ ਆਪਣਾ ਬਿਜ਼ਨਸ ਹੈ। ਵੈਸੇ ਮੈਂ ਆਪਣੇ ਪੇਕੇ ਵਾਲੇ ਪਾਸੇ ਤੋਂ ਵੀ ਪੈਸੇ ਵਾਲੀ ਸੀ। ਪਹਿਲਾਂ ਭਰਾਵਾਂ ਦਾ ਵਿਆਹ ਹੋਇਆ ਤੇ ਫਿਰ ਮੇਰਾ। ਹਾਲਾਂਕਿ ਮੇਰੇ ਭਰਾ ਦੀ ਇਹ ਇੱਛਾ ਸੀ ਕਿ ਉਹ ਸਭ ਤੋਂ ਪਹਿਲਾਂ ਆਪਣੀ ਭੈਣ ਦਾ ਫਰਜ਼ ਪੂਰਾ ਕਰੇ ਤੇ ਫਿਰ ਆਪਣਾ ਵਿਆਹ ਕਰਾਵੇ, ਪਰ ਮੰਮੀ ਪਾਪਾ ਨੂੰ ਮੇਰੇ ਵਿਆਹ ਦੀ ਇੰਨੀ ਜਲਦੀ ਨਹੀਂ ਸੀ। ਇਸ ਲਈ ਅਸੀਂ ਪਹਿਲਾਂ ਭਰਾਵਾਂ ਦਾ ਵਿਆਹ ਕੀਤਾ। ਭਰਾਵਾਂ ਦੇ ਵਿਆਹ ਤੋਂ 4 ਸਾਲ ਬਾਅਦ ਮੇਰਾ ਵਿਆਹ ਹੋਇਆ। ਉਦੋਂ ਤੱਕ ਮੈਂ ਭੂਆ ਵੀ ਬਣ ਚੁੱਕੀ ਸੀ। ਮੈਨੂੰ ਵੀ ਵਿਆਹ ਦੇ ਬਾਅਦ ਇਹ ਸੀ ਕਿ 3-4 ਸਾਲ ਗੁਜ਼ਰਨਗੇ ਜਾਂ 1-2 ਸਾਲ ਗੁਜ਼ਰਨਗੇ ਤੇ ਮੈਂ ਵੀ ਮਾਂ ਬਣ ਜਾਊਂਗੀ। ਪਰ ਅੱਜ 8 ਸਾਲ ਗੁਜ਼ਰਨ ਦੇ ਬਾਅਦ ਵੀ ਮੈਂ ਮਾਂ ਨਹੀਂ ਬਣ ਸਕੀ। ਮੇਰੇ ਭਰਾ ਨੇ ਆਪਣੀ ਕੁੜੀ ਮੈਨੂੰ ਗੋਦ ਦੇਣ ਦੀ ਗੱਲ ਕੀਤੀ ਸੀ, ਪਰ ਮੇਰੇ ਪਤੀ ਨਹੀਂ ਮੰਨੇ। ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਮੇਰੇ ਭਰਾ ਤੋਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਆਪਣੇ ਕਿਸੇ ਭੈਣ ਜਾਂ ਭਰਾ ਦਾ ਬੱਚਾ ਗੋਦ ਲੈ ਲਓ, ਸਾਡੇ ਵਿਹੜੇ ਵਿੱਚ ਰੌਣਕ ਆ ਜਾਵੇਗੀ। ਪਰ ਉਹ ਇਸ ਗੱਲ ਤੇ ਵੀ ਰਾਜ਼ੀ ਨਹੀਂ ਸੀ। ਮੈਂ ਦੁਨੀਆ ਦੇ ਚੰਗੇ ਤੋਂ ਚੰਗੇ ਡਾਕਟਰ ਕੋਲ ਜਾ ਚੁੱਕੀ ਸੀ, ਪਰ ਸਭ ਠੀਕ ਸੀ। ਬਦਕਿਸਮਤੀ ਦੀ ਗੱਲ ਸੀ ਤੇ ਫਿਰ ਮੇਰੀ ਕਿਸਮਤ ਨੇ ਇੱਕ ਅਜਿਹਾ ਪਲਟਾ ਖਾਇਆ ਕਿ ਮੈਂ ਹੈਰਾਨ ਰਹਿ ਗਈ। ਐਵੇਂ ਵੀ ਹੁੰਦਾ ਹੈ। ਹੋਇਆ ਕੁਝ ਐਵੇਂ, ਉਸ ਦਿਨ ਮੈਂ ਦਿੱਲੀ ਦੇ ਗਰੀਬ ਇਲਾਕੇ ਵਿੱਚ ਜਾ ਕੇ ਰਿਪੋਰਟ ਤਿਆਰ ਕਰ ਰਹੀ ਸੀ। ਸਾਡਾ ਕੰਮ ਗਰੀਬ ਇਲਾਕੇ ਵਿੱਚ ਜਾ ਕੇ ਰਿਪੋਰਟ ਤਿਆਰ ਕਰਨਾ ਹੁੰਦਾ ਸੀ। ਮੈਂ ਆਪਣੇ ਦੋਸਤਾਂ ਨਾਲ ਗਈ ਜਿੱਥੇ ਝੁੱਗੀਆਂ ਬਣੀਆਂ ਹੋਈਆਂ ਸੀ। ਉੱਥੇ ਜ਼ਿਆਦਾਤਰ ਭਿਖਾਰੀ ਲੋਕ ਹੀ ਰਹਿੰਦੇ ਸੀ ਜੋ 2 ਵਕਤ ਦੀ ਰੋਟੀ ਨੂੰ ਤਰਸਦੇ ਸੀ। ਉੱਥੇ ਝੁੱਗੀ ਵਿੱਚ ਜਾ ਕੇ ਉਹਨਾਂ ਲੋਕਾਂ ਨਾਲ ਗੱਲ ਕਰਨ ਲੱਗੇ। ਇੱਕ ਝੁੱਗੀ ਵਾਲੇ ਪਾਸੇ ਜਾਣ ਲੱਗੇ ਤਾਂ ਅਚਾਨਕ ਇੱਕ ਔਰਤ ਕਹਿਣ ਲੱਗੀ ਕਿ ਇਸ ਝੁੱਗੀ ਦੇ ਅੰਦਰ ਬਿਨਾਂ ਇਜਾਜ਼ਤ ਦੇ ਜਾਣਾ ਮਨਾ ਹੈ। ਮੈਂ ਹੈਰਾਨੀ ਨਾਲ ਇੱਕਦਮ ਪੁੱਛਿਆ, ਇਜਾਜ਼ਤ? ਕਹਿਣ ਲੱਗੀ ਹਾਂਜੀ, ਇਸ ਝੁੱਗੀ ਵਿੱਚ ਇੱਕ ਔਰਤ ਰਹਿੰਦੀ ਹੈ। ਉਸ ਦਾ ਨਾਂ ਮੁਮਤਾਜ਼ ਬੇਗਮ ਹੈ। ਉਸ ਨੂੰ ਅੱਜ ਤੱਕ ਕਿਸੇ ਮਰਦ ਨੇ ਨਹੀਂ ਦੇਖਿਆ। ਮੈਂ ਥੋੜਾ ਹੈਰਾਨ ਹੋਈ ਕਿ ਭਲਾ ਝੁੱਗੀ ਵਿੱਚ ਰਹਿਣ ਵਾਲੀ ਔਰਤ ਵੀ ਇਸ ਤਰ੍ਹਾਂ ਨਾਲ ਰਹਿੰਦੀ ਹੈ। ਮੈਂ ਉਸ ਨੂੰ ਕਿਹਾ ਠੀਕ ਹੈ, ਮੈਂ ਇਕੱਲੀ ਅੰਦਰ ਚਲੀ ਜਾਂਦੀ ਹਾਂ। ਮੈਂ ਉਸ ਔਰਤ ਨਾਲ ਅੰਦਰ ਚਲੀ ਗਈ ਸੀ। ਉਹ ਝੁੱਗੀ ਅੰਦਰ ਤੋਂ ਬਹੁਤ ਸਾਫ਼ ਸੁਥਰੀ ਸੀ। ਇੱਕ ਔਰਤ ਚਟਾਈ ਤੇ ਬੈਠੀ ਹੋਈ ਸੀ। ਉਹ ਬਹੁਤ ਹੀ ਜ਼ਿਆਦਾ ਸੋਹਣੀ ਸੀ। ਉਸ ਦੀ ਉਮਰ ਸ਼ਾਇਦ ਮੇਰੇ ਤੋਂ 1-2 ਸਾਲ ਛੋਟੀ ਹੀ ਹੋਵੇਗੀ। ਉਸ ਔਰਤ ਨੇ ਕਿਹਾ, ਮੁਮਤਾਜ਼ ਬੇਗਮ, ਤੁਹਾਨੂੰ ਇੱਕ ਔਰਤ ਮਿਲਣਾ ਹੀ ਹੈ। ਉਹ ਅੱਖਾਂ ਬੰਦ ਕਰਕੇ ਬੋਲੀ ਕਿ ਉਸ ਔਰਤ ਨੂੰ ਵੀ ਬੱਚਾ ਨਹੀਂ ਹੈ। ਮੈਂ ਹੈਰਾਨ ਰਹਿ ਗਈ ਕਿ ਉਸ ਨੂੰ ਕਿਵੇਂ ਪਤਾ ਚੱਲਿਆ ਕਿ ਮੇਰਾ ਕੋਈ ਬੱਚਾ ਨਹੀਂ ਹੈ। ਉਹ ਔਰਤ ਕਹਿਣ ਲੱਗੀ ਕਿ ਨਹੀਂ, ਇਹ ਤਾਂ ਸਰਕਾਰ ਦੇ ਵੱਲੋਂ ਆਈ ਹੈ।
ਕੁਝ ਸਵਾਲ ਪੁੱਛਣ। ਮੁਮਤਾਜ਼ ਬੇਗਮ ਨਾਂ ਦੀ ਉਸ ਔਰਤ ਨੇ ਹੱਥ ਨਾਲ ਇਸ਼ਾਰਾ ਕਰਕੇ ਜਾਣ ਨੂੰ ਕਿਹਾ ਕਿ ਹੁਣ ਗੱਲ ਨਹੀਂ ਕਰ ਸਕਦੀ। ਮੈਂ ਉਸ ਔਰਤ ਦੇ ਨਾਲ ਬਾਹਰ ਆ ਗਈ ਤੇ ਪੁੱਛਿਆ ਕਿ ਇਹ ਕੀ ਪੜ ਰਹੀ ਸੀ, ਕੀ ਕਰਦੀ ਹੈ ਇਹ? ਤਾਂ ਉਹ ਕਹਿਣ ਲੱਗੀ ਕਿ ਜਿਸ ਦੀ ਕੋਈ ਔਲਾਦ ਨਹੀਂ ਹੁੰਦੀ ਉਸ ਦੇ ਲਈ ਦੁਆ ਕਰਦੀ ਹੈ ਤੇ ਇਹ ਉਹਨਾਂ ਨੂੰ ਬੱਚਾ ਦੇ ਕੇ ਮਾਲਾ ਮਾਲ ਕਰ ਦਿੰਦੀ ਹੈ। ਬਹੁਤ ਹੀ ਕਮਾਲ ਦੀ ਔਰਤ ਹੈ। ਇਹ ਮੈਂ ਸੁਣ ਕੇ ਹੈਰਾਨ ਰਹਿ ਗਈ। ਇਸ ਲਈ ਸ਼ਾਇਦ ਉਹ ਔਰਤ ਮੈਨੂੰ ਦੇਖਦੇ ਹੀ ਪਹਿਚਾਣ ਗਈ ਸੀ। ਇਸ ਲਈ ਉਤਸੁਕਤਾ ਨਾਲ ਪੁੱਛਿਆ ਕਿ ਉਹ ਕੋਈ ਮੰਤਰ ਦਾ ਜਾਪ ਕਰਕੇ ਉਸ ਨੂੰ ਮਾਂ ਬਣਾ ਦਿੰਦੀ ਹੈ? ਤਾਂ ਉਸਨੇ ਕਿਹਾ ਨਹੀਂ, ਉਹ ਉਸ ਔਰਤ ਦੀ ਜਗ੍ਹਾ ਖੁਦ ਬੱਚਾ ਪੈਦਾ ਕਰਦੀ ਹੈ ਤੇ ਉਸ ਨੂੰ ਦੇ ਦਿੰਦੀ ਹੈ। ਮੈਂ ਇਹ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਰਹਿ ਗਈ ਤੇ ਕਿਹਾ ਕਿ ਉਹ ਬੇਔਲਾਦ ਔਰਤ ਦੇ ਹਿੱਸੇ ਦੀ ਜਗ੍ਹਾ ਖੁਦ ਬੱਚਾ ਪੈਦਾ ਕਰਦੀ ਹੈ ਤੇ ਉਸ ਨੂੰ ਦੇ ਦਿੰਦੀ ਹੈ। ਇਸ ਦਾ ਕੀ ਮਤਲਬ ਹੋਇਆ? ਕਹਿਣ ਲੱਗੀ ਇਹ ਔਰਤ ਬਿਨਾਂ ਮਰਦੇ ਬੱਚਾ ਪੈਦਾ ਕਰਦੀ ਹੈ। ਮੈਂ ਤਾਂ ਇਹ ਸੁਣ ਕੇ ਹੱਸਣ ਲੱਗੀ, ਜਿਵੇਂ ਉਸਨੇ ਮੈਨੂੰ ਕੋਈ ਚੁਟਕਲਾ ਸੁਣਾ ਦਿੱਤਾ ਕਿ ਬਿਨਾਂ ਮਰਦੇ ਬੱਚੇ ਭਲਾ ਕਿਵੇਂ ਪੈਦਾ ਹੋ ਸਕਦੇ ਹਨ। ਮੈਂ ਉਸ ਨੂੰ ਕਿਹਾ ਕਿ ਭੈਣ, ਇਹ ਸਾਰੀਆਂ ਗੱਲਾਂ ਫਰੋਡ ਹਨ ਕਿ ਬਿਨਾਂ ਬਾਪ ਦੇ ਬੱਚੇ ਨੂੰ ਪੈਦਾ ਕਰ ਦਿੱਤਾ। ਇਸ ਤਰ੍ਹਾਂ ਹੋਣਾ ਮੁਮਕਿਨ ਹੀ ਨਹੀਂ। ਉਹ ਔਰਤ ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗੀ, ਦੀਦੀ, ਮੁਮਤਾਜ਼ ਬੇਗਮ ਨੂੰ ਧੋਖੇਬਾਜ਼ ਨਾ ਕਹੋ। ਹੁਣ ਤੱਕ ਬਿਨਾਂ ਬਾਪ ਦੇ 20 ਬੱਚੇ ਪੈਦਾ ਕਰ ਚੁੱਕੀ ਹੈ ਤੇ ਜੋ ਵੀ ਉਹਨਾਂ ਬੱਚਿਆਂ ਨੂੰ ਗੋਦ ਲੈਂਦਾ ਹੈ ਮਾਲਾ ਮਾਲ ਹੋ ਜਾਂਦਾ ਹੈ। ਖੁਸ਼ਕਿਸਮਤ ਬੱਚੇ ਪੈਦਾ ਕਰਦੀ ਹੈ। ਮੈਂ ਕਿਹਾ ਮੈਨੂੰ ਬੱਚਾ ਨਹੀਂ ਹੋ ਰਿਹਾ ਪਿਛਲੇ 8 ਸਾਲ ਤੋਂ। ਕੀ ਤੇਰੀ ਮੁਮਤਾਜ਼ ਬੇਗਮ ਮੇਰੇ ਲਈ ਬਿਨ ਬਾਪ ਦਾ ਬੱਚਾ ਪੈਦਾ ਕਰ ਦੇਵੇਗੀ? ਉਹ ਕਹਿਣ ਲੱਗੀ ਕਿਉਂ ਨਹੀਂ, ਤੁਸੀਂ ਮੁਮਤਾਜ਼ ਬੇਗਮ ਨਾਲ ਗੱਲ ਕਰ ਲਓ, ਉਹ ਤੁਹਾਡਾ ਮਸਲਾ ਚੁਟਕੀਆਂ ਵਿੱਚ ਹੱਲ ਕਰ ਦੇਵੇਗੀ। ਮੈਂ ਸੋਚਿਆ ਇਸ ਮੁਮਤਾਜ਼ ਬੇਗਮ ਨੂੰ ਤਾਂ ਮੈਂ ਦੇਖ ਲਵਾਂਗੀ, ਫਿਲਹਾਲ ਜੋ ਕੰਮ ਕਰਨ ਆਈ ਹਾਂ ਉਸ ਨੂੰ ਕਰ ਲਵਾਂ। ਮੈਂ ਕਿਹਾ ਫੇਰ ਕਿਸੇ ਦਿਨ ਆਉਂਗੀ ਤੇਰੀ ਮੁਮਤਾਜ਼ ਬੇਗਮ ਦੇ ਕੋਲ, ਫਿਲਹਾਲ ਮੈਨੂੰ ਕੁਝ ਜ਼ਰੂਰੀ ਕੰਮ ਹੈ। ਮੇਰੀ ਕਿਸਮਤ ਵਿੱਚ ਸ਼ਾਇਦ ਫੇਰ ਤੋਂ ਮੁਮਤਾਜ਼ ਬੇਗਮ ਦੇ ਦਰਵਾਜ਼ੇ ਦੀ ਹਾਜ਼ਰੀ ਲਿਖੀ ਸੀ, ਕਿਉਂਕਿ ਉਸ ਸ਼ਾਮ ਮੇਰੀ ਪੁਰਾਣੀ ਕੰਮ ਵਾਲੀ ਰਸਤੇ ਵਿੱਚ ਮਿਲੀ। ਮੈਂ ਤਾਂ ਉਸ ਦੇ ਰੰਗ ਢੰਗ ਦੇਖ ਕੇ ਹੈਰਾਨ ਰਹਿ ਗਈ। ਉਹ ਕਿਸੇ ਵੀ ਪਾਸੇ ਤੋਂ ਕੰਮ ਵਾਲੀ ਨਹੀਂ ਲੱਗਦੀ ਸੀ। ਮਹਿੰਗਾ ਸੂਟ, ਮਹਿੰਗੀ ਜੁਐਲਰੀ ਦੇਖ ਕੇ ਮੈਂ ਹੈਰਾਨ ਹੋ ਕੇ ਪੁੱਛਿਆ, ਰੇਖਾ, ਇਹ ਤੂੰ ਹੀ ਹੈ ਨਾ? ਇੰਨਾ ਬਦਲਾਵ ਕਿੱਥੋਂ ਆਇਆ? ਕਹਿਣ ਲੱਗੀ, ਦੀਦੀ, ਜੇ ਮੈਂ ਤੈਨੂੰ ਦੱਸਾਂਗੀ ਤੂੰ ਯਕੀਨ ਨਹੀਂ ਕਰੇਗੀ, ਕਹੇਗੀ ਕਿਵੇਂ ਅਨਪੜ੍ਹਾਂ ਵਾਲੀ ਗੱਲ ਕਰ ਰਹੀ ਹੈ। ਮੈਂ ਕਿਹਾ ਕਿ ਚੰਗਾ ਨਹੀਂ ਕਹਿੰਦੀ, ਹੁਣ ਮੈਨੂੰ ਸਾਰੀ ਗੱਲ ਦੱਸ। ਉਹ ਮੈਨੂੰ ਆਪਣੇ ਘਰ ਲੈ ਆਈ। ਉਸ ਦਾ ਘਰ ਦੇਖ ਕੇ ਮੈਂ ਬੇਹੋਸ਼ ਹੁੰਦੇ ਹੁੰਦੇ ਬਚੀ। ਉਹ ਤਾਂ ਇੰਨੀ ਗਰੀਬ ਹੁੰਦੀ ਸੀ ਕਿ 2 ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਸੀ। ਸਮਾਨ ਦੇ ਨਾਮ ਤੇ ਉਸ ਦੇ ਘਰ ਵਿੱਚ ਕੁਝ ਵੀ ਨਹੀਂ ਹੁੰਦਾ ਸੀ ਤੇ ਹੁਣ ਉਸ ਦੇ ਘਰ ਦਾ ਪੂਰਾ ਮਾਹੌਲ ਬਦਲ ਚੁੱਕਿਆ ਸੀ। ਸਮਾਨ ਦੇ ਨਾਮ ਤੇ ਉਸ ਦਾ ਪੂਰਾ ਘਰ ਭਰਿਆ ਹੋਇਆ ਸੀ। ਘਰ ਦੀ ਮੁਰੰਮਤ ਵੀ ਹੋ ਚੁੱਕੀ ਸੀ। ਇੰਨੀ ਜਲਦੀ ਉਸ ਦੇ ਹਾਲਾਤ ਕਿਵੇਂ ਬਦਲ ਗਏ, ਜਦੋਂ ਕਿ ਉਹ ਲੋਕਾਂ ਦੇ ਘਰ ਵਿੱਚ ਕੰਮ ਕਰਿਆ ਕਰਦੀ ਸੀ। ਉਸ ਦਾ ਪਤੀ ਗੁੰਡਾਗਰਦੀ ਕਰਦਾ ਸੀ ਤੇ ਇਹ ਹੈਰਾਨੀ ਵਾਲੀ ਗੱਲ ਤਾਂ ਸੀ। ਮੈਂ ਕਿਹਾ, ਰੇਖਾ, ਕਿੱਥੋਂ ਖਜ਼ਾਨਾ ਤੇਰੇ ਹੱਥ ਲੱਗ ਗਿਆ? ਉਹ ਅੰਦਰ ਗਈ ਤੇ ਇੱਕ ਸੋਹਣਾ ਜਿਹਾ ਬੱਚਾ ਗੋਦ ਵਿੱਚ ਉਠਾ ਕੇ ਬਾਹਰ ਆਈ। ਕਹਿਣ ਲੱਗੀ, ਦੀਦੀ, ਇਹ ਸਭ ਇਸ ਬੱਚੇ ਦੀ ਬਦੌਲਤ ਮਿਲਿਆ ਹੈ। ਮੈਂ ਜਦੋਂ ਤੋਂ ਇਸ ਬੱਚੇ ਨੂੰ ਗੋਦ ਲਿਆ ਹੈ ਅਸੀਂ ਤਾਂ ਮਾਲਾ ਮਾਲ ਹੋ ਗਏ ਹਾਂ। ਬਹੁਤ ਹੀ ਖੁਸ਼ਕਿਸਮਤ ਬੱਚਾ ਹੈ। ਮੈਂ ਉਸ ਨੂੰ ਪੁੱਛਿਆ, ਕਿੱਥੋਂ ਗੋਦ ਲਿਆ? ਤਾਂ ਕਹਿਣ ਲੱਗੀ, ਉੱਥੇ ਜੋ ਝੁੱਗੀਆਂ ਹਨ ਉਹਨਾਂ ਝੁੱਗੀਆਂ ਵਿੱਚ ਇੱਕ ਔਰਤ ਰਹਿੰਦੀ ਹੈ, ਉਸ ਨੇ ਬਿਨ ਬਾਪ ਦੇ ਇਹ ਬੱਚਾ ਪੈਦਾ ਕੀਤਾ, ਅਸੀਂ ਇਸ ਨੂੰ ਗੋਦ ਲੈ ਲਿਆ। ਮੈਂ ਹੈਰਾਨੀ ਨਾਲ ਪੁੱਛਿਆ ਕਿ ਕਿਤੇ ਤੂੰ ਮੁਮਤਾਜ਼ ਬੇਗਮ ਦੀ ਗੱਲ ਤਾਂ ਨਹੀਂ ਕਰ ਰਹੀ? ਉਹ ਚੌਂਕ ਗਈ ਤੇ ਕਹਿਣ ਲੱਗੀ, ਤੁਸੀਂ ਉਸ ਨੂੰ ਜਾਣਦੇ ਹੋ? ਫਿਰ ਬਸ ਉਸ ਦੀ ਤਾਰੀਫ ਵਿੱਚ ਜ਼ਮੀਨ ਤੇ ਅਸਮਾਨ ਮਿਲਾਉਂਦੇ ਹੋਏ ਕਹਿਣ ਲੱਗੀ, ਦੀਦੀ, ਉਹ ਝੁੱਗੀ ਵਿੱਚ ਰਹਿੰਦੀ ਹੈ, ਖੁਦ ਇੰਨੀ ਗਰੀਬ ਹੈ, ਦੂਜੇ ਗਰੀਬਾਂ ਦਾ ਦੁੱਖ ਉਸ ਤੋਂ ਦੇਖਿਆ ਨਹੀਂ ਜਾਂਦਾ। ਉਹ ਬਿਨਾਂ ਬਾਪ ਦੇ ਬੱਚੇ ਨੂੰ ਜਨਮ ਦਿੰਦੀ ਹੈ, ਕਿਉਂਕਿ ਅੱਜ ਤੱਕ ਕਿਸੇ ਮਰਦ ਦੀ ਨਜ਼ਰ ਉਸ 'ਤੇ ਨਹੀਂ ਪਈ। ਜੋ ਗਰੀਬ ਲੋਕ ਉਸ ਦੇ ਪੈਦਾ ਕਰੇ ਹੋਏ ਬੱਚੇ ਨੂੰ ਗੋਦ ਲੈ ਲੈਂਦੇ ਹਨ ਉਹ ਮਾਲਾ ਮਾਲ ਹੋ ਜਾਂਦੇ ਹਨ, ਜਿਵੇਂ ਮੈਂ ਹੋ ਗਈ ਹਾਂ। ਜਿਸ ਦਿਨ ਮੈਂ ਉਸ ਤੋਂ ਇਹ ਬੱਚਾ ਗੋਦ ਲੈ ਕੇ ਘਰ ਆਈ, ਉਸ ਰਾਤ ਨੂੰ ਹੀ ਕਿਸੇ ਨੇ ਨੋਟਾਂ ਨਾਲ ਭਰਿਆ ਹੋਇਆ ਬੈਗ ਸਾਡੇ ਘਰ ਸੁੱਟ ਦਿੱਤਾ। ਇੱਕ ਕਾਗਜ਼ ਵੀ ਸੀ ਜਿਸ ਤੇ ਲਿਖਿਆ ਸੀ ਕਿ ਇਹ ਬੱਚਾ ਬਹੁਤ ਖੁਸ਼ਕਿਸਮਤ ਹੈ, ਇਸ ਦਾ ਹਮੇਸ਼ਾ ਧਿਆਨ ਰੱਖਣਾ। ਬਸ ਦੀਦੀ, ਉਸ ਦਿਨ ਤੋਂ ਸਾਡੇ ਹਾਲਾਤ ਬਦਲ ਗਏ। ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰਾ ਦਿਮਾਗ ਉਸ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਸੀ, ਸਿਵਾਏ ਇਸ ਗੱਲ ਦੇ ਕਿ ਔਰਤ ਬਿਨਾਂ ਕਿਸੇ ਮਰਦ ਦੇ ਬੱਚਾ ਪੈਦਾ ਕਰ ਸਕਦੀ ਹੈ। ਇੱਦਾਂ ਹੋਣਾ ਨਾਮੁਮਕਿਨ ਸੀ। ਜ਼ਰੂਰ ਕੋਈ ਹੋਰ ਗੱਲ ਸੀ। ਮੇਰਾ ਉਸ ਮੁਮਤਾਜ਼ ਬੇਗਮ ਕੋਲ ਜਾਣ ਦਾ ਕੋਈ ਇਰਾਦਾ ਨਹੀਂ ਸੀ, ਪਰ ਰੇਖਾ ਦੇ ਮੂੰਹ ਤੋਂ ਇਸ ਕਹਾਣੀ ਨੂੰ ਸੁਣ ਕੇ ਮੈਂ ਫੈਸਲਾ ਕੀਤਾ ਕਿ
ਇਸ ਰਾਜ਼ ਨੂੰ ਵੀ ਮੈਨੂੰ ਹੀ ਖੋਲ੍ਹਣਾ ਹੋਵੇਗਾ ਕਿ ਉਹ ਬੱਚੇ ਕਿਵੇਂ ਪੈਦਾ ਕਰ ਲੈਂਦੀ ਹੈ। ਜੇ ਕਿਸੇ ਮਰਦ ਨੇ ਅੱਜ ਤੱਕ ਉਸ ਨੂੰ ਦੇਖਿਆ ਹੀ ਨਹੀਂ, ਮੈਨੂੰ ਤਾਂ ਉਹ ਕਿਸੇ ਪਾਸੇ ਤੋਂ ਵੀ ਝੁੱਗੀ ਵਾਲੀ ਨਹੀਂ ਲੱਗਦੀ ਸੀ। ਚੰਗੀ ਭਲੀ ਸੋਹਣੀ ਔਰਤ ਸੀ। ਮੈਂ ਕਿਹਾ, ਮੇਰੇ ਬੱਚਾ ਨਹੀਂ ਹੈ। ਉਸਨੇ ਕਿਹਾ, ਜਾਣਦੀ ਹਾਂ, ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਨ ਤੇ ਤੂੰ ਬੱਚਾ ਨਾ ਹੋਣ ਦਾ ਦੁੱਖ ਸਹਿ ਰਹੀ ਹੈ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਨੂੰ ਕਿਵੇਂ ਪਤਾ ਚੱਲਿਆ। ਇਹ ਤਾਂ ਬਸ ਸਾਡੇ ਕਰੀਬੀ ਲੋਕਾਂ ਨੂੰ ਹੀ ਪਤਾ ਸੀ। ਉਸਨੇ ਹੱਸਦੇ ਹੋਏ ਕਿਹਾ ਕਿ ਮੈਂ ਤਾਂ ਉਹ ਵੀ ਜਾਣਦੀ ਹਾਂ ਜੋ ਤੈਨੂੰ ਵੀ ਨਹੀਂ ਪਤਾ। ਕਹਿਣ ਲੱਗੀ, ਆਪਣੇ ਪਤੀ ਤੇ ਨਜ਼ਰ ਰੱਖ, ਸਭ ਪਤਾ ਚੱਲ ਜਾਵੇਗਾ। ਮੈਂ ਕਿਹਾ, ਤੂੰ ਬਿਨ ਬਾਪ ਦੇ ਬੱਚੇ ਪੈਦਾ ਕਰਦੀ ਹੈ, ਮੈਨੂੰ ਵੀ ਇੱਕ ਬੱਚਾ ਚਾਹੀਦਾ ਹੈ। ਤਾਂ ਕਹਿਣ ਲੱਗੀ, ਮੈਂ ਅਮੀਰਾਂ ਲਈ ਬੱਚੇ ਪੈਦਾ ਨਹੀਂ ਕਰਦੀ। ਮੈਂ ਜੋ ਬੱਚਾ ਪੈਦਾ ਕਰਦੀ ਹਾਂ ਉਹ ਖੁਸ਼ਕਿਸਮਤ ਹੁੰਦੇ ਹਨ। ਅਮੀਰ ਲੋਕ ਤਾਂ ਪਹਿਲਾਂ ਤੋਂ ਹੀ ਖੁਸ਼ਕਿਸਮਤ ਹੁੰਦੇ ਹਨ, ਉਹਨਾਂ ਦੇ ਕੋਲ ਭਲਾ ਪੈਸੇ ਦੀ ਕੀ ਕਮੀ। ਮੈਂ ਉੱਥੋਂ ਉੱਠ ਕੇ ਆ ਗਈ। ਮੈਨੂੰ ਪਤਾ ਨਹੀਂ ਕਿਉਂ ਉਸ ਔਰਤ ਦੀ ਗੱਲ ਹਜ਼ਮ ਨਹੀਂ ਹੋ ਰਹੀ ਸੀ। ਉਹ ਮੈਨੂੰ ਜੋ ਕਹਿ ਰਹੀ ਸੀ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗ ਰਿਹਾ ਸੀ। ਉਸਨੇ ਸ਼ਾਇਦ ਮੇਰੇ ਲਈ ਇਸ ਲਈ ਹਾਮੀ ਨਹੀਂ ਭਰੀ ਕਿਉਂਕਿ ਮੈਂ ਪੜ੍ਹੀ ਲਿਖੀ ਸੀ ਤੇ ਉਸ ਦਾ ਰਾਜ਼ ਪਤਾ ਕਰ ਲੈਂਦੀ। ਉਸ ਦੇ ਬੱਚਿਆਂ ਦਾ ਬਾਪ ਕੌਣ ਹੈ। ਮੈਂ ਉਦਾਸ ਹੋ ਕੇ ਉਸ ਝੁੱਗੀ ਤੋਂ ਨਿਕਲੀ ਤਾਂ ਮੈਂ ਦੇਖਿਆ ਮੇਰੀ ਇੱਕ ਸਕੂਲ ਵਾਲੀ ਸਹੇਲੀ ਸਾਹਮਣੇ ਤੋਂ ਚਲੀ ਆ ਰਹੀ ਸੀ। ਮੈਂ ਪੁੱਛਿਆ, ਤੂੰ ਇੱਥੇ? ਕਹਿਣ ਲੱਗੀ, ਹਾਂ, ਇੱਥੇ ਇੱਕ ਝੁੱਗੀ ਵਾਲੀ ਔਰਤ ਰਹਿੰਦੀ ਹੈ, ਸੁਣਿਆ ਹੈ ਬਹੁਤ ਚੰਗੀ ਹੈ, ਬੱਚੇ ਪੈਦਾ ਕਰਦੀ ਹੈ। ਜੇ ਉਸ ਤੋਂ ਬੱਚੇ ਨੂੰ ਕੋਈ ਗੋਦ ਲੈਂਦਾ ਹੈ ਤਾਂ ਉਹ ਮਾਲਾਮਾਲ ਹੋ ਜਾਂਦਾ ਹੈ। ਤੈਨੂੰ ਤਾਂ ਪਤਾ ਹੈ ਮੇਰੇ ਘਰ ਦੇ ਹਾਲਾਤ, ਕਿਸ ਕਦਰ ਤੰਗੀ ਚੱਲ ਰਹੀ ਹੈ, ਕਿਸ ਕਦਰ ਪਰੇਸ਼ਾਨ ਹਾਂ। ਇਸ ਲਈ ਇਸ ਨੂੰ ਬੱਚੇ ਦਾ ਕਹਿਣ ਲਈ ਆਈ ਹਾਂ। ਉਹ ਦੋਸਤ ਉਸ ਝੁੱਗੀ ਦੇ ਅੰਦਰ ਚਲੀ ਗਈ। ਮੈਂ ਫੈਸਲਾ ਕਰ ਲਿਆ ਕਿ ਇਸ ਝੁੱਗੀ ਵਾਲੀ ਤੇ ਨਜ਼ਰ ਰੱਖਣੀ ਪਵੇਗੀ ਕਿ ਉਹ ਕੀ ਕਰਦੀ ਹੈ, ਕਿ ਉਹ ਕਿੱਥੇ ਜਾਂਦੀ ਹੈ, ਕਿਸ ਨੂੰ ਮਿਲਣ ਜਾਂਦੀ ਹੈ, ਕੀ ਚੱਕਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਮੁਮਤਾਜ਼ ਬੇਗਮ ਦੀ ਝੁੱਗੀ ਦੇ ਸਾਹਮਣੇ ਇੱਕ ਜੋ ਮੁੰਡਾ ਰਹਿੰਦਾ ਸੀ ਉਸ ਨੂੰ ਕੁਝ ਪੈਸੇ ਦੇ ਕੇ ਕਿਹਾ ਕਿ ਮੁਮਤਾਜ਼ ਬੇਗਮ ਦੀ ਇੱਕ ਇੱਕ ਹਰਕਤ ਦੀ ਮੈਨੂੰ ਖਬਰ ਦੇਣੀ ਹੈ। ਪੈਸੇ ਦੇ ਲਾਲਚ ਵਿੱਚ ਉਹ ਮੁੰਡਾ ਮੰਨ ਗਿਆ। ਉਸ ਦੇ ਕੋਲ ਬਟਨ ਵਾਲਾ ਫੋਨ ਸੀ ਜਿਸ ਨਾਲ ਉਹ ਸਿਰਫ ਮੈਨੂੰ ਫੋਨ ਕਰ ਸਕਦਾ ਸੀ, ਕੋਈ ਫੋਟੋ ਜਾਂ ਵੀਡੀਓ ਨਹੀਂ ਬਣਾ ਸਕਦਾ ਸੀ। 2 ਦਿਨਾਂ ਬਾਅਦ ਉਸ ਮੁੰਡੇ ਦਾ ਫੋਨ ਆਇਆ ਤੇ ਕਹਿਣ ਲੱਗਾ, ਵੱਡੀ ਮੈਡਮ, ਸਾਹਮਣੇ ਵਾਲੀ ਝੁੱਗੀ ਵਿੱਚ ਰਹਿਣ ਵਾਲੀ ਮੁਮਤਾਜ਼ ਬੇਗਮ ਘਰ ਤੋਂ ਚੱਦਰ ਪਹਿਨ ਕੇ ਨਿਕਲੀ ਹੈ ਕਿਤੇ ਜਾਣ ਦੇ ਲਈ। ਕੁਝ ਦੇਰ ਬਾਅਦ ਉਸਨੇ ਮੈਨੂੰ ਜੋ ਪਤਾ ਦਿੱਤਾ ਉਹ ਐਡਰੈਸ ਜਾਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਤਾਂ ਇੱਕ ਮਸ਼ਹੂਰ ਬਿਊਰੋਕਰੇਟ ਦਾ ਘਰ ਸੀ। ਉੱਥੇ ਆਮ ਆਦਮੀ ਨੂੰ ਜਾਣ ਦੀ ਇਜਾਜ਼ਤ ਵੀ ਨਹੀਂ ਹੁੰਦੀ। ਮੈਂ ਉਸ ਸਮੇਂ ਆਪਣੀ ਡਿਊਟੀ ਤੇ ਸੀ, ਨਹੀਂ ਮੈਂ ਖੁਦ ਉਸ ਦੇ ਪਿੱਛੇ ਜਾਂਦੀ। ਸਵਾਲ ਇਹ ਸੀ ਕਿ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਕਿਵੇਂ ਮਿਲ ਗਈ। ਉਹ ਤਾਂ ਬਹੁਤ ਉੱਚੇ ਲੋਕ ਹਨ। ਇੱਕ ਪਾਸੇ ਉਹ ਝੁੱਗੀ ਵਿੱਚ ਰਹਿੰਦੇ ਸੀ ਤੇ ਦੂਜੇ ਪਾਸੇ ਉਸਦੇ ਇੰਨੇ ਅਮੀਰ ਲੋਕਾਂ ਨਾਲ ਤਾਲੁਕ ਸੀ। ਇਹ ਕਿਵੇਂ ਮੁਮਕਿਨ ਹੋ ਸਕਦਾ ਸੀ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ। ਅਗਲੇ ਦਿਨ ਮੈਨੂੰ ਦਫ਼ਤਰ ਤੋਂ ਛੁੱਟੀ ਸੀ ਤੇ ਮੈਂ ਘਰ ਵਿੱਚ ਆਰਾਮ ਨਾਲ ਬੈਠੀ ਸੀ ਕਿ ਉਸ ਮੁੰਡੇ ਨੇ ਫੋਨ ਕਰਕੇ ਕਿਹਾ, ਮੈਡਮ, ਉਹ ਮੁਮਤਾਜ਼ ਬੇਗਮ ਤਾਂ ਕੱਲ ਰਾਤ ਤੋਂ ਇਸ ਘਰ ਵਿੱਚ ਹੈ, ਹੁਣ ਤੱਕ ਵਾਪਸ ਨਹੀਂ ਆਈ। ਮੇਨ ਗੇਟ ਦੇ ਕੋਲ ਚੌਕੀਦਾਰ ਤੋਂ ਪੁੱਛਿਆ ਤਾਂ ਪਤਾ ਚੱਲਿਆ ਕਿ ਉਹ ਪਹਿਲਾਂ ਵੀ ਉੱਥੇ ਜਾਂਦੀ ਰਹਿੰਦੀ ਹੈ। ਉਹ ਬੰਗਲੇ ਵਾਲੀ ਮੈਡਮ ਨੂੰ ਮਿਲਣ ਜਾਂਦੀ ਹੈ, ਪਰ ਸ਼ਾਇਦ ਇਹ ਮਿਲਣ ਵਾਲੀ ਕਹਾਣੀ ਨਹੀਂ ਸੀ, ਕੁਝ ਹੋਰ ਚੱਕਰ ਸੀ। ਉਹ ਜ਼ਰੂਰ ਕਿਸੇ ਹੋਰ ਮਕਸਦ ਨਾਲ ਉੱਥੇ ਗਈ ਹੋਵੇਗੀ। ਮੈਂ ਗੱਡੀ ਲੈ ਕੇ ਉਸ ਮੁੰਡੇ ਦੇ ਦੱਸੇ ਹੋਏ ਐਡਰੈਸ ਤੇ ਪਹੁੰਚ ਗਈ। ਗੱਡੀ ਮੈਂ ਥੋੜੀ ਦੂਰ ਖੜੀ ਕੀਤੀ ਹੋਈ ਸੀ। ਮੇਰੇ ਅੰਦਾਜ਼ੇ ਦੇ ਮੁਤਾਬਕ ਮੁਮਤਾਜ਼ ਬੇਗਮ ਨੂੰ ਹੁਣ ਤੱਕ ਬਾਹਰ ਆ ਜਾਣਾ ਚਾਹੀਦਾ ਸੀ। 1 ਘੰਟੇ ਦੇ ਇੰਤਜ਼ਾਰ ਦੇ ਬਾਅਦ ਉਹ ਬਾਹਰ ਨਿਕਲਦੀ ਦਿਖਾਈ ਦਿੱਤੀ ਤੇ ਬਹੁਤ ਅੱਗੇ ਆ ਕੇ ਇੱਕ ਰਿਕਸ਼ਾ ਵਿੱਚ ਬੈਠ ਗਈ। ਮੈਂ ਗੱਡੀ ਉਸ ਦੇ ਪਿੱਛੇ ਲਾ ਲਈ। ਗੱਡੀ ਚਲਾਉਣ ਸਮੇਂ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਤੂੰ ਇਸ ਝੁੱਗੀ ਵਾਲੀ ਦੇ ਕੋਲ ਗਈ ਸੀ, ਉਸਨੇ ਤੈਨੂੰ ਕੀ ਜਵਾਬ ਦਿੱਤਾ। ਉਹ ਕਹਿਣ ਲੱਗੀ, ਉਸਨੇ ਕਿਹਾ ਸੀ ਕਿ ਕੁਝ ਦਿਨਾਂ ਬਾਅਦ ਮੈਨੂੰ ਬੁਲਾਵੇਗੀ। ਮੈਂ ਫੋਨ ਕਰਕੇ ਰੱਖ ਦਿੱਤਾ। ਮੇਰੀ ਗੱਡੀ ਮੁਮਤਾਜ਼ ਬੇਗਮ ਦੇ ਰਿਕਸ਼ਾ ਦੇ ਪਿੱਛੇ ਸੀ। ਸ਼ਾਇਦ ਉਹ ਵਾਪਸ ਆਪਣੀ ਝੁੱਗੀ ਜਾ ਰਹੀ ਸੀ। ਮੈਂ ਉਸ ਦੇ ਪਿੱਛੇ ਹੀ ਸੀ ਕਿ ਅਚਾਨਕ ਮੇਰੀ ਨਜ਼ਰ ਇੱਕ ਕਾਰ ਤੇ ਪਈ। ਮੈਂ ਉਸ ਨੂੰ ਦੇਖ ਕੇ ਚੌਂਕ ਗਈ। ਉਹ ਤਾਂ ਮੇਰੇ ਪਤੀ ਦੀ ਕਾਰ ਸੀ। ਮੈਂ ਇਸ ਲਈ ਹੈਰਾਨ ਹੋਈ ਸੀ ਕਿ ਕਿਉਂਕਿ ਮੇਰਾ ਪਤੀ ਤਾਂ 1 ਹਫ਼ਤੇ ਤੋਂ ਘਰ ਵਿੱਚ ਹੀ ਨਹੀਂ ਸੀ। ਇਹ ਇੱਥੇ ਕੀ ਕਰ ਰਿਹਾ ਸੀ। ਮੈਂ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਕਿੱਥੇ ਹੋ, ਤਾਂ ਕਹਿਣ ਲੱਗਿਆ, ਮੈਂ ਤਾਂ ਸ਼ਹਿਰ ਤੋਂ ਬਾਹਰ ਹਾਂ, ਕੁਝ ਦਿਨਾਂ ਤੱਕ ਆਊਂਗਾ। ਮੈਂ ਸੋਚਿਆ ਮੇਰਾ ਪਤੀ ਝੂਠ ਕਿਉਂ ਬੋਲ ਰਿਹਾ ਹੈ। ਅਚਾਨਕ ਮੇਰੇ ਦਿਮਾਗ ਵਿੱਚ ਉਸ ਝੁੱਗੀ ਵਾਲੀ ਔਰਤ ਦੀ ਗੱਲ ਯਾਦ ਆ ਗਈ। ਉਸਨੇ ਕਿਹਾ ਸੀ ਕਿ ਆਪਣੇ ਪਤੀ ਤੇ ਨਜ਼ਰ ਰੱਖ। ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਕਾਰ ਉਸ ਦੇ ਪਿੱਛੇ ਲਗਾ ਲਈ। ਮੈਂ ਦੇਖਣਾ ਚਾਹੁੰਦੀ ਸੀ ਉਹ ਕਿੱਥੇ ਜਾਂਦਾ ਹੈ। ਉਸਨੇ ਮੈਨੂੰ ਝੂਠ ਕਿਉਂ ਬੋਲਿਆ ਹੈ। ਸਾਡੀ 8 ਸਾਲ ਦੀ ਸ਼ਾਦੀशुदा ਜ਼ਿੰਦਗੀ ਵਿੱਚ ਮੈਨੂੰ ਕਦੇ ਵੀ
ਮੇਰੇ ਪਤੀ ਤੇ ਸ਼ੱਕ ਨਹੀਂ ਹੋਇਆ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਉਸ ਤੇ ਸ਼ੱਕ ਕੀਤਾ ਸੀ, ਤੇ ਸਿਰਫ ਉਸ ਝੁੱਗੀ ਵਾਲੀ ਮੁਮਤਾਜ਼ ਬੇਗਮ ਦੀ ਵਜ੍ਹਾ ਨਾਲ। ਮੇਰੇ ਪਤੀ ਦੀ ਗੱਡੀ ਇੱਕ ਅਣਜਾਣ ਪਾਸੇ ਮੁੜ ਗਈ। ਮੈਂ ਹੈਰਾਨ ਹੋ ਰਹੀ ਸੀ ਕਿ ਇਹ ਇੱਥੇ ਕੀ ਕਰਨ ਆਇਆ ਹੈ। ਇੱਕ ਘਰ ਦੇ ਗੇਟ ਦੇ ਅੰਦਰ ਉਸ ਦੀ ਗੱਡੀ ਚਲੀ ਗਈ। ਮੈਂ ਉੱਥੇ ਦਾ ਪਤਾ ਯਾਦ ਕਰਕੇ ਵਾਪਸ ਆਪਣੇ ਘਰ ਆ ਗਈ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੇਰੇ ਪਤੀ ਨੇ ਪਤਾ ਨਹੀਂ ਕਿਹੜੀ ਨੀਅਤ ਨਾਲ ਮੈਨੂੰ ਝੂਠ ਬੋਲਿਆ, ਤੇ ਸ਼ਾਇਦ ਮੈਂ ਉਸ ਤੇ ਸ਼ੱਕ ਨਾ ਕਰਦੀ ਜੇ ਉਸ ਮੁਮਤਾਜ਼ ਬੇਗਮ ਦੀ ਗੱਲ ਦਿਮਾਗ ਵਿੱਚ ਨਹੀਂ ਆਉਂਦੀ ਤਾਂ ਉਹ ਵੀ ਅਜੀਬ ਔਰਤ ਸੀ। ਕਦੇ ਮੇਰਾ ਦਿਲ ਕਰਦਾ ਕਿ ਉਸ ਤੇ ਯਕੀਨ ਕਰ ਲਵਾਂ, ਕਿਉਂਕਿ ਉਸਨੇ ਬਿਨਾਂ ਦੱਸੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਸੀ। ਪਰ ਜਦੋਂ ਮੈਨੂੰ ਬਿਨਾਂ ਕਿਸੇ ਮਰਦ ਦੇ ਬੱਚਾ ਪੈਦਾ ਕਰਨ ਦੀ ਗੱਲ ਤੇ ਸ਼ੱਕ ਪੈਦਾ ਹੁੰਦਾ ਕਿ ਬਿਨਾਂ ਬਾਪ ਦੇ ਬੱਚੇ ਕਿਵੇਂ ਪੈਦਾ ਹੋ ਸਕਦੇ ਹਨ, ਪਰ ਮੈਂ ਉਸ ਦਾ ਪਤਾ ਇਸ ਲਈ ਲਗਵਾ ਰਹੀ ਸੀ ਤਾਂ ਕਿ ਮੈਂ ਸੱਚ ਤੇ ਝੂਠ ਦਾ ਪਤਾ ਲਗਾਵਾਂ। ਤੇ ਮੇਰਾ ਇਰਾਦਾ ਵੀ ਬਣ ਰਿਹਾ ਸੀ ਕਿ ਮੈਂ ਉਸ ਨੂੰ ਬੱਚੇ ਦੇ ਲਈ ਕਹਾਂ। 4-5 ਦਿਨ ਬਾਅਦ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਪੁੱਛਿਆ ਕੀ ਰਿਹਾ, ਉਸਨੇ ਬੱਚਾ ਗੋਦ ਲੈ ਲਿਆ? ਤਾਂ ਕਹਿਣ ਲੱਗੀ ਉਹ ਮੁਮਤਾਜ਼ ਬੇਗਮ ਕਹਿ ਰਹੀ ਸੀ ਕਿ ਪੂਰੇ 4 ਮਹੀਨੇ ਬਾਅਦ ਉਸਦੇ ਘਰ ਬੱਚਾ ਪੈਦਾ ਹੋਵੇਗਾ ਤਾਂ ਮੈਂ ਗੋਦ ਲੈ ਸਕਦੀ ਹਾਂ। ਮੈਂ ਸੋਚਿਆ ਕਿ ਉਹ ਮਾਂ ਬਣਨ ਵਾਲੀ ਹੋ ਗਈ ਹੈ, ਪਰ ਕਿਵੇਂ? ਮੇਰੇ ਹਿਸਾਬ ਦੇ ਮੁਤਾਬਕ ਉਸ ਦਾ ਤਾਂ ਵਿਆਹ ਵੀ ਨਹੀਂ ਹੋਇਆ ਸੀ, ਤੇ ਨਾ ਹੀ ਉਹ ਕਿਸੇ ਜ਼ਰੂਰਤ ਤੋਂ ਬਿਨਾਂ ਝੁੱਗੀ ਤੋਂ ਬਾਹਰ ਨਿਕਲਦੀ ਹੈ, ਤਾਂ ਉਹ ਬਿਨਾਂ ਮਰਦੇ ਬੱਚਾ ਕਿਵੇਂ ਪੈਦਾ ਕਰ ਸਕਦੀ ਹੈ? ਇਹ ਸਵਾਲ ਪਹਿਲੇ ਦਿਨ ਤੋਂ ਹੀ ਮੇਰੇ ਦਿਮਾਗ ਵਿੱਚ ਸੀ, ਤੇ ਹੁਣ ਮੈਨੂੰ ਇਸ ਸ਼ੱਕ ਵਿੱਚ ਪਾ ਰਿਹਾ ਸੀ। ਮੈਂ ਜਿਸ ਮੁੰਡੇ ਨੂੰ ਉਸ ਦਾ ਜਾਸੂਸੀ ਕਰਨ ਨੂੰ ਕਿਹਾ ਸੀ, ਉਸ ਦਾ 4-5 ਦਿਨ ਤੋਂ ਫੋਨ ਨਹੀਂ ਆਇਆ ਸੀ। ਮੈਂ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਤੂੰ ਮੈਨੂੰ ਕੁਝ ਦੱਸਿਆ ਕਿਉਂ ਨਹੀਂ ਇੰਨੇ ਦਿਨਾਂ ਤੋਂ? ਉਸਨੇ ਕਿਹਾ ਦੀਦੀ ਕੀ ਦੱਸਾਂ, ਉਹ ਤਾਂ ਇੰਨੇ ਦਿਨਾਂ ਤੋਂ ਘਰ ਤੋਂ ਬਾਹਰ ਹੀ ਨਹੀਂ ਨਿਕਲੀ। ਮੈਂ ਉਸ ਨੂੰ ਕਿਹਾ ਕਿ ਬਸ ਤੂੰ ਪਤਾ ਕਰਕੇ ਉਸ ਦਾ ਕੋਈ ਪਤੀ ਹੈ, ਤੇ ਜੇ ਪਤੀ ਨਹੀਂ ਤਾਂ ਕੀ ਉਸ ਦਾ ਕਿਸੇ ਹੋਰ ਮਰਦ ਨਾਲ ਕੋਈ ਤਾਲੁਕ ਹੈ? ਬਸ ਤੈਨੂੰ ਇਹ ਸਭ ਪਤਾ ਕਰਕੇ ਮੈਨੂੰ ਦੱਸਣਾ ਹੈ। ਉਸਨੇ ਕਿਹਾ ਠੀਕ ਹੈ ਦੀਦੀ, ਮੈਂ ਤੁਹਾਨੂੰ ਪਤਾ ਕਰਕੇ ਦੱਸ ਦਊਂਗਾ, ਕੁਝ ਦਿਨ ਦਿਓ ਮੈਨੂੰ। ਇਸ ਕੰਮ ਤੋਂ ਵਿਹਲਾ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਆਪਣੇ ਪਤੀ ਦਾ ਵੀ ਹਿਸਾਬ ਕਿਤਾਬ ਕਰ ਲਿਆ ਜਾਵੇ। ਮੈਂ ਗੱਡੀ ਕੱਢੀ ਤੇ ਉਸ ਇਲਾਕੇ ਵਿੱਚ ਆ ਗਈ ਜਿੱਥੇ ਉਸ ਦਿਨ ਮੈਂ ਆਪਣੇ ਪਤੀ ਨੂੰ ਜਾਂਦੇ ਹੋਏ ਦੇਖਿਆ ਸੀ। ਇਦਾਂ ਨਹੀਂ ਸੀ ਕਿ ਮੇਰੇ ਪਤੀ ਦਾ ਫੋਨ ਨਹੀਂ ਆਉਂਦਾ ਸੀ, ਉਸ ਦਾ ਰੋਜ਼ ਫੋਨ ਆਉਂਦਾ ਸੀ ਤੇ ਰੋਜ਼ ਸਾਡੀ ਗੱਲ ਹੁੰਦੀ ਸੀ। ਉਸ ਦੇ ਸੁਭਾਅ ਤੋਂ ਲੱਗ ਨਹੀਂ ਰਿਹਾ ਸੀ ਕਿ ਉਹ ਮੈਨੂੰ ਧੋਖਾ ਦੇ ਰਿਹਾ ਹੈ, ਪਰ ਜੋ ਸ਼ੱਕ ਮੇਰੇ ਦਿਲ ਵਿੱਚ ਪੈਦਾ ਹੋ ਗਿਆ ਸੀ ਉਸ ਦਾ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਸੀ। ਮੈਂ ਗੱਡੀ ਉਸ ਗੇਟ ਤੇ ਜਾ ਕੇ ਰੋਕੀ ਤੇ ਦਰਵਾਜ਼ਾ ਖੜਕਾਇਆ। ਇੱਕ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸ ਨੂੰ ਪੁੱਛਿਆ ਇਹ ਕਿਸ ਦਾ ਘਰ ਹੈ? ਤਾਂ ਉਹ ਮੇਰੇ ਪਤੀ ਦਾ ਨਾਂ ਲੈ ਕੇ ਕਹਿਣ ਲੱਗਿਆ ਕਿ ਇਹ ਸੰਜੀਵ ਦਾ ਘਰ ਹੈ। ਮੈਂ ਕਿਹਾ ਮੈਂ ਉਹਨਾਂ ਦੇ ਦੋਸਤ ਦੀ ਪਤਨੀ ਹਾਂ। ਤਾਂ ਉਸਨੇ ਮੈਨੂੰ ਅੰਦਰ ਜਾਣ ਦਿੱਤਾ। ਮੈਂ ਕੁਝ ਸਮਝ ਚੁੱਕੀ ਸੀ ਕਿ ਅੰਦਰ ਕੀ ਦੇਖਣ ਨੂੰ ਮਿਲੇਗਾ, ਪਰ ਜਦੋਂ ਮੈਂ ਘਰ ਦੇ ਅੰਦਰ ਗਈ ਤਾਂ ਮੈਂ ਉਹ ਦੇਖਿਆ ਜਿਸ ਨੇ ਮੇਰੀ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ। ਸਾਹਮਣੇ ਮੇਰਾ ਪਤੀ ਇੱਕ ਕੁੜੀ ਤੇ ਇੱਕ ਬੱਚੇ ਨਾਲ ਬੈਠਿਆ ਹੋਇਆ ਖਾਣਾ ਖਾ ਰਿਹਾ ਸੀ। ਉਹ ਉਸ ਦੀ ਪਤਨੀ ਤੇ ਬੱਚਾ ਹੀ ਹੋਵੇਗਾ। ਮੈਂ ਬਹੁਤ ਦੁੱਖ ਨਾਲ ਉਸ ਨੂੰ ਆਵਾਜ਼ ਦਿੱਤੀ। ਉਹ ਮੈਨੂੰ ਦੇਖ ਕੇ ਬਹੁਤ ਹੈਰਾਨ ਹੋ ਗਿਆ। ਉਸ ਨੂੰ ਉਮੀਦ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਅਚਾਨਕ ਉਸ ਦੇ ਸਾਹਮਣੇ ਆ ਜਾਵਾਂਗੀ ਤੇ ਸਭ ਕੁਝ ਜਾਣ ਜਾਵਾਂਗੀ। ਮੈਂ ਫਿਰ ਵੀ ਇੱਕ ਉਮੀਦ ਨਾਲ ਪੁੱਛਿਆ ਕਿ ਇਹ ਕੌਣ ਹੈ? ਉਹ ਸ਼ਰਮਿੰਦਗੀ ਨਾਲ ਬੋਲਿਆ ਕਿ ਇਹ ਮੇਰੀ ਪਤਨੀ ਹੈ। ਮੈਂ ਇਸ ਨਾਲ 6 ਸਾਲ ਪਹਿਲਾਂ ਵਿਆਹ ਕੀਤਾ ਸੀ। ਮੈਂ ਜਲਦੀ ਨਾਲ ਭੱਜ ਕੇ ਘਰ ਆ ਗਈ। ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ। ਉਸ ਨੂੰ ਇਸ ਤਰ੍ਹਾਂ ਮੈਨੂੰ ਧੋਖਾ ਨਹੀਂ ਦੇਣਾ ਚਾਹੀਦਾ ਸੀ। ਦੱਸ ਕੇ ਵਿਆਹ ਕਰਾ ਲੈਂਦਾ, ਐਵੇਂ ਤਾਂ ਨਾ ਕਰਦਾ। ਮੈਂ ਪੂਰੀ ਰਾਤ ਰੋਂਦੀ ਰਹੀ। ਨਾ ਮੈਨੂੰ ਦਿਨ ਦਾ ਹੋਸ਼ ਸੀ ਨਾ ਰਾਤ ਦਾ। ਮੈਂ ਸਵੇਰੇ ਵੀ ਨੌਕਰੀ ਤੇ ਨਹੀਂ ਗਈ। ਮੈਨੂੰ ਇਸ ਗੱਲ ਤੋਂ ਹੈਰਾਨੀ ਹੋ ਰਹੀ ਸੀ ਕਿ ਉਹ 6 ਸਾਲ ਤੋਂ ਸ਼ਾਦੀशुदा ਸੀ ਤੇ 6 ਸਾਲ ਤੋਂ ਮੈਨੂੰ ਧੋਖਾ ਦੇ ਰਿਹਾ ਸੀ। ਮੈਨੂੰ ਕੁਝ ਪਤਾ ਹੀ ਨਹੀਂ ਸੀ, ਤੇ ਜੋ ਰਾਜ਼ ਮੈਨੂੰ ਪਤਾ ਨਹੀਂ ਸੀ ਉਹ ਉਸ ਝੁੱਗੀ ਵਾਲੀ ਨੂੰ ਮੁਮਤਾਜ਼ ਬੇਗਮ ਨੂੰ ਕਿਵੇਂ ਪਤਾ ਸੀ। ਮੈਂ ਸੋਚਿਆ ਕਿ ਮੈਂ ਉਸ ਨੂੰ ਜਾ ਕੇ ਪੁੱਛਦੀ ਹਾਂ। ਮੈਂ ਜਲਦੀ ਨਾਲ ਗੱਡੀ ਕੱਢੀ ਤੇ ਉਸ ਦੇ ਇਲਾਕੇ ਵਿੱਚ ਦੁਪਹਿਰ 12 ਵਜੇ ਪਹੁੰਚ ਗਈ। ਮੈਂ ਉਸ ਦੀ ਝੁੱਗੀ ਤੋਂ ਥੋੜਾ ਦੂਰ ਹੀ ਸੀ ਜਦੋਂ ਮੈਂ ਉਸ ਔਰਤ ਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਦੇਖਿਆ। ਉਹ ਪੂਰੇ ਤਰੀਕੇ ਨਾਲ ਢੱਕੀ ਹੋਈ ਸੀ ਤੇ ਉਹ ਕਿਤੇ ਜਾ ਰਹੀ ਸੀ। ਮੈਂ ਇੱਧਰ ਉੱਧਰ ਦੇਖਿਆ ਕਿ ਉਹ ਮੁੰਡਾ ਕਿੱਥੇ ਹੈ ਜਿਸ ਨੂੰ ਮੈਂ ਉਸ ਦੀ ਜਾਸੂਸੀ ਕਰਨ ਭੇਜਿਆ ਸੀ, ਪਰ ਉਹ ਕਿਤੇ ਨਜ਼ਰ ਨਹੀਂ ਆਇਆ। ਤਾਂ ਫਿਰ ਮੈਨੂੰ ਹੀ ਉਸ ਦੇ ਪਿੱਛੇ ਜਾਣਾ ਪਿਆ ਕਿ ਮੈਂ ਅੱਜ ਉਸ ਦਾ ਰਾਜ ਜਾਣ ਕੇ ਹੀ ਰਹਾਂਗੀ। ਉਹ ਚੱਲਦੇ ਹੋਏ ਇੱਕ ਸੜਕ ਤੇ ਆ ਗਈ ਤੇ ਉਹ ਰਿਕਸ਼ਾ ਵਿੱਚ ਬੈਠ ਗਈ। ਮੈਂ ਵੀ ਆਪਣੀ ਗੱਡੀ ਤੁਰੰਤ ਉਸ ਦੇ ਰਿਕਸ਼ਾ ਦੇ ਪਿੱਛੇ ਲਗਾ ਦਿੱਤੀ। ਮੈਨੂੰ ਉਸ ਮੁੰਡੇ ਦੀ ਲਾਪਰਵਾਹੀ ਤੇ ਬਹੁਤ ਗੁੱਸਾ ਆ ਰਿਹਾ ਸੀ। ਪਤਾ ਨਹੀਂ ਕਿੱਥੇ ਸੀ, ਤੇ ਅੱਜ ਜੇ ਮੈਂ ਅਚਾਨਕ ਇੱਥੇ ਨਹੀਂ ਆਉਂਦੀ ਤਾਂ ਪਤਾ ਹੀ ਨਹੀਂ ਚੱਲਦਾ 1 ਘੰਟੇ ਦੇ ਬਾਅਦ
ਉਹ ਰਿਕਸ਼ਾ ਇੱਕ ਬਹੁਤ ਵੱਡੇ ਮਹਿਲ ਵਰਗੇ ਘਰ ਕੋਲ ਰੁਕੀ। ਜਿੰਨੀ ਹੈਰਾਨੀ ਹੁੰਦੀ ਓਨਾ ਘੱਟ ਹੀ ਸੀ। ਇਸ ਤੋਂ ਪਹਿਲਾਂ ਵੀ ਉਹ ਇਦਾਂ ਦੇ ਘਰ ਵਿੱਚ ਜਾ ਚੁੱਕੀ ਸੀ। ਪਤਾ ਨਹੀਂ ਉਹ ਇੰਨੇ ਵੱਡੇ ਲੋਕਾਂ ਦੇ ਘਰ ਵਿੱਚ ਕੀ ਕਰਦੀ ਸੀ, ਇਹਨਾਂ ਲੋਕਾਂ ਨਾਲ ਇਸ ਦਾ ਕੀ ਰਿਸ਼ਤਾ ਸੀ। ਉਹ ਅੰਦਰ ਚਲੀ ਗਈ। 10 ਮਿੰਟ ਬਾਅਦ ਮੈਂ ਵੀ ਆਪਣੀ ਗੱਡੀ ਤੋਂ ਨੀਚੇ ਉਤਰ ਕੇ ਅੰਦਰ ਜਾਣ ਲੱਗੀ ਤਾਂ ਚੌਕੀਦਾਰ ਨੇ ਰੋਕ ਲਿਆ। ਮੈਂ ਉਸ ਨੂੰ ਕਿਹਾ, ਇਹ ਜੋ ਬੁਰਕੇ ਵਾਲੀ ਔਰਤ ਅੰਦਰ ਗਈ ਹੈ, ਮੈਂ ਇਹਨਾਂ ਦੇ ਨਾਲ ਹਾਂ। ਅਸੀਂ ਦੋਵੇਂ ਇਕੱਠੇ ਹੀ ਸੀ। ਮੈਂ ਕੁਝ ਲੈਣ ਦੇ ਲਈ ਰੁਕ ਗਈ ਸੀ, ਇਸ ਲਈ ਦੇਰ ਹੋ ਗਈ। ਚੌਕੀਦਾਰ ਨੇ ਇਹ ਸੁਣ ਕੇ ਮੈਨੂੰ ਅੰਦਰ ਜਾਣ ਦਿੱਤਾ। ਮੈਂ ਅੰਦਰ ਗਈ ਤਾਂ ਮੇਰੇ ਹੋਸ਼ ਉੱਡ ਗਏ। ਐਵੇਂ ਦਾ ਘਰ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਸੀ। ਮੈਨੂੰ ਇੱਕ ਕਮਰੇ ਵਿੱਚੋਂ ਗੱਲ ਕਰਨ ਦੀ ਆਵਾਜ਼ ਆਈ। ਮੈਂ ਚੋਰੀ ਛੁਪੇ ਇੱਧਰ ਉੱਧਰ ਦੇਖਦੀ ਹੋਈ ਅੰਦਰ ਚਲੀ ਗਈ। ਇੰਨੇ ਵੱਡੇ ਘਰ ਵਿੱਚ ਸ਼ੁਕਰ ਹੈ ਕੋਈ ਨਹੀਂ ਸੀ। ਜੇ ਕੋਈ ਮੈਨੂੰ ਦੇਖ ਲੈਂਦਾ ਤਾਂ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਣੀ ਸੀ। ਮੈਂ ਅੰਦਰ ਝਾਕਿਆ ਤਾਂ ਇੱਕ 22-23 ਸਾਲ ਦੀ ਜਵਾਨ ਕੁੜੀ ਨਜ਼ਰ ਆਈ, ਜੋ ਕਿ ਮੁਮਤਾਜ਼ ਨਾਲ ਗੱਲਾਂ ਕਰਨ ਵਿੱਚ ਲੱਗੀ ਹੋਈ ਸੀ। ਉਸ ਕੁੜੀ ਦੇ ਵੱਡੇ ਪੇਟ ਨੂੰ ਦੇਖ ਕੇ ਇਹ ਪਤਾ ਚੱਲ ਰਿਹਾ ਸੀ ਕਿ ਉਹ ਗਰਭਵਤੀ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਗੱਲ ਕੀ ਹੈ। ਮੈਂ ਉਸ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੁਝ ਮੈਂ ਸੁਣਿਆ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ। ਮੈਂ ਜਲਦੀ ਨਾਲ ਫੋਨ ਕੱਢ ਕੇ ਉਹਨਾਂ ਦੀ ਸਾਰੀ ਗੱਲ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ। ਮੈਂ ਚੁੱਪਚਾਪ ਪਿੱਛੇ ਤੋਂ ਹੀ ਵਾਪਸ ਆ ਗਈ। ਮੇਰਾ ਸ਼ੱਕ ਸਹੀ ਨਿਕਲਿਆ। ਮਾਮਲਾ ਇੰਨਾ ਸਿੱਧਾ ਨਹੀਂ ਸੀ ਜਿੰਨਾ ਲੱਗ ਰਿਹਾ ਸੀ। ਮੈਂ ਆਪਣੇ ਘਰ ਆਈ ਤਾਂ ਉਸ ਮੁੰਡੇ ਦਾ ਫੋਨ ਆਇਆ ਤਾਂ ਉਹ ਜੋਸ਼ ਨਾਲ ਕਹਿਣ ਲੱਗਿਆ ਕਿ ਮੈਡਮ, ਮੈਂ ਉਸ ਔਰਤ ਦੀ ਸਾਰੀ ਖਬਰ ਕੱਢ ਲਈ ਹੈ। ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਉਸ ਮੁੰਡੇ ਨੇ ਜੋ ਗੱਲ ਦੱਸੀ ਉਸ ਨੂੰ ਸੁਣ ਕੇ ਤਾਂ ਮੈਂ ਬਹੁਤ ਜ਼ਿਆਦਾ ਹੈਰਾਨੀ ਵਿੱਚ ਰਹਿ ਗਈ। ਐਵੇਂ ਦੀ ਗੱਲ ਜਿਸ ਨੂੰ ਸੁਣ ਕੇ ਮੈਂ ਸੁੰਨ ਹੋ ਗਈ। ਹੁਣ ਮੈਂ ਹੋਰ ਸਬਰ ਨਹੀਂ ਕਰ ਸਕਦੀ ਸੀ ਤੇ ਨਾ ਹੀ ਲੋਕਾਂ ਨੂੰ ਬੇਵਕੂਫ ਬਣਦੇ ਦੇਖ ਸਕਦੀ ਸੀ। ਮੈਂ ਉਸ ਮੁੰਡੇ ਨੂੰ ਕਿਹਾ ਕਿ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸੇਗਾ। ਮੈਂ ਸ਼ਾਮ ਨੂੰ ਉਸ ਦੀ ਝੁੱਗੀ ਵਿੱਚ ਗਈ। ਉਹ ਰੋਜ਼ ਦੀ ਤਰ੍ਹਾਂ ਉੱਥੇ ਬੈਠੀ ਸੀ। ਮੈਂ ਜਾਂਦੇ ਹੀ ਉਸ ਨੂੰ ਕਿਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਪਵਿੱਤਰ ਤੇ ਨੇਕ ਔਰਤ ਦਾ ਨਾਟਕ ਕਰਦੇ ਹੋਏ ਮੈਂ ਤੇਰੇ ਬਾਰੇ ਵਿੱਚ ਸਭ ਪਤਾ ਕਰ ਲਿਆ ਹੈ ਕਿ ਤੂੰ ਕੀ ਕਰਦੀ ਫਿਰਦੀ ਹੈ। ਤੂੰ ਮਾਸੂਮ ਤੇ ਗਰੀਬ ਲੋਕਾਂ ਨੂੰ ਵੱਡੇ ਤੇ ਅਮੀਰ ਲੋਕਾਂ ਦੀ ਔਲਾਦ ਦੇ ਕੇ ਕਹਿੰਦੀ ਹੈ ਉਹ ਬੱਚਾ ਤੂੰ ਪੈਦਾ ਕੀਤਾ ਹੈ, ਉਹ ਵੀ ਬਿਨਾਂ ਬਾਪ ਦੇ। ਮੇਰੇ ਮੂੰਹ ਤੋਂ ਇੰਨਾ ਸੁਣਨ ਦੇ ਬਾਅਦ ਉਹ ਡਰ ਗਈ ਤੇ ਕਹਿਣ ਲੱਗੀ, ਤੈਨੂੰ ਕਿਵੇਂ ਪਤਾ ਚੱਲਿਆ ਇਸ ਸਭ ਦੇ ਬਾਰੇ ਵਿੱਚ? ਮੈਂ ਕਿਹਾ, ਚੰਗਾ ਹੋਵੇਗਾ ਕਿ ਤੂੰ ਖੁਦ ਹੀ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ। ਮੁਮਤਾਜ਼ ਬੇਗਮ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਹ ਬੋਲੀ ਕਿ ਮੈਂ ਇੱਕ ਯਤੀਮਖਾਨੇ ਵਿੱਚ ਅੱਖ ਖੋਲ੍ਹੀ ਸੀ। ਮੈਂ ਵੀ ਉਹਨਾਂ ਬੱਚਿਆਂ ਵਿੱਚੋਂ ਸੀ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਕਿਤੇ ਵੀ ਛੱਡ ਆਉਂਦੇ ਹਨ ਤੇ ਕੋਈ ਨੇਕ ਇਨਸਾਨ ਉਹਨਾਂ ਨੂੰ ਉਠਾ ਕੇ ਯਤੀਮਖਾਨੇ ਵਿੱਚ ਭੇਜ ਦਿੰਦਾ ਹੈ। ਮੇਰੀ ਵੀ ਕੁਝ ਇਦਾਂ ਦੀ ਕਹਾਣੀ ਸੀ। ਪਤਾ ਨਹੀਂ ਕੌਣ ਸੀ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਪੈਦਾ ਕਰਦੇ ਹੀ ਸੁੱਟ ਦਿੱਤਾ ਸੀ। ਮੈਂ ਬਹੁਤ ਹੀ ਪਿਆਰੀ ਸੀ, ਇਸ ਲਈ ਸਾਰੇ ਮੈਨੂੰ ਪਰੀ ਪਰੀ ਕਹਿੰਦੇ ਸੀ ਤੇ ਫਿਰ ਮੇਰਾ ਨਾਂ ਪਰੀ ਹੀ ਪੈ ਗਿਆ। ਤੇ ਫਿਰ ਮੇਰੇ ਜਨਮ ਸਰਟੀਫਿਕੇਟ ਤੇ ਵੀ ਮੇਰਾ ਨਾਂ ਪਰੀ ਹੀ ਲਿਖਿਆ ਗਿਆ। ਯਤੀਮਖਾਨੇ ਵਿੱਚ ਅਕਸਰ ਉਹ ਲੋਕ ਆਉਂਦੇ ਹਨ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੁੰਦਾ ਸੀ ਤੇ ਕੋਈ ਬੱਚਾ ਪਸੰਦ ਕਰਕੇ ਆਪਣੇ ਨਾਲ ਲੈ ਜਾਂਦੇ ਸੀ। ਮੈਂ ਬਹੁਤ ਪਿਆਰੀ ਸੀ, ਇਸ ਲਈ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸੀ ਉਹ ਲੋਕ ਮੈਨੂੰ ਲੈਣ ਦੇ ਲਈ ਆਉਂਦੇ ਸੀ। ਪਰ ਯਤੀਮਖਾਨੇ ਦੀ ਇੰਚਾਰਜ ਮੈਨੂੰ ਕਿਸੇ ਨੂੰ ਵੀ ਨਹੀਂ ਦਿੰਦੀ ਸੀ। ਉਸਨੇ ਮੈਨੂੰ ਆਪਣੀ ਧੀ ਬਣਾ ਲਿਆ ਸੀ। ਉਹ ਉੱਥੇ ਹੀ ਰਹਿੰਦੀ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਸੀ। ਉਸ ਦੇ ਕਮਰੇ ਵਿੱਚ ਸੌਂਦੀ ਸੀ। ਮੈਂ ਬਹੁਤ ਖੁਸ਼ ਸੀ, ਪਰ ਮੈਂ ਨਹੀਂ ਜਾਣਦੀ ਸੀ ਕਿ ਕਿਸਮਤ ਕੀ ਖੇਡ ਖੇਡਣ ਵਾਲੀ ਹੈ। ਮੈਂ 17 ਸਾਲ ਦੀ ਸੀ ਤੇ ਮੈਂ ਇੰਚਾਰਜ ਦੇ ਨਾਲ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ। ਇੱਕ ਦਿਨ ਯਤੀਮਖਾਨੇ ਦੇ ਦਰਵਾਜ਼ੇ ਤੇ ਕੋਈ ਬੱਚਾ ਛੱਡ ਗਿਆ। ਮੈਂ ਦੇਖਿਆ ਤਾਂ ਮੈਂ ਉਸ ਨੂੰ ਘਰ ਲੈ ਆਈ। ਉਸ ਵਿੱਚ ਇੱਕ ਚਿੱਠੀ ਵੀ ਲਿਖੀ ਹੋਈ ਸੀ ਕਿ ਮੈਂ ਉਸ ਬੱਚੇ ਨੂੰ ਆਪਣੇ ਨਾਲ ਘਰ ਵਿੱਚ ਨਹੀਂ ਰੱਖ ਸਕਦੀ। ਤੁਸੀਂ ਲੋਕ ਇਸ ਨੂੰ ਪਾਲ ਲਓ। ਯਕੀਨਨ ਹੀ ਉਹ ਬੱਚਾ ਕਿਸੇ ਗੁਨਾਹ ਦੀ ਨਿਸ਼ਾਨੀ ਸੀ ਜੋ ਉਹ ਕੁੜੀ ਛੱਡ ਗਈ ਸੀ। ਇੰਚਾਰਜ ਨੂੰ ਪਤਾ ਚੱਲਿਆ ਤਾਂ ਉਸਨੇ ਪਲਾਨ ਬਣਾਇਆ ਕਿ ਇੱਕ ਅਮੀਰ ਖਾਨਦਾਨ ਦੇ ਲੋਕ ਜੋ ਬਹੁਤ ਹੀ ਜ਼ਿਆਦਾ ਅਮੀਰ ਸੀ, ਉਹਨਾਂ ਦੇ ਘਰ ਕੋਈ ਵੀ ਬੱਚਾ ਨਹੀਂ ਸੀ। ਯਤੀਮਖਾਨੇ ਦੇ ਇੰਚਾਰਜ ਨੇ ਕਿਹਾ ਕਿ ਇਹ ਮੇਰਾ ਦੋਤਾ ਹੈ, ਮੇਰੀ ਕੁੜੀ ਦਾ ਮੁੰਡਾ। ਮੈਂ ਆਪਣੀ ਕੁੜੀ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਕਰਵਾ ਦਿੱਤਾ ਸੀ, ਇਸ ਲਈ ਇਹ ਐਵੇਂ ਦੀ ਹੈ। ਉਹਨਾਂ ਨੇ ਮੇਰੇ ਨਾਮ ਤੋਂ ਬੱਚੇ ਵੇਚਣੇ ਸ਼ੁਰੂ ਕਰ ਦਿੱਤੇ ਜੋ ਉਸ ਨੂੰ ਬਦਲੇ ਵਿੱਚ ਬਹੁਤ ਵੱਡੀ ਰਕਮ ਦਿੰਦੇ ਸੀ। ਮੈਂ ਸਭ ਸਮਝ ਰਹੀ ਸੀ ਪਰ ਕੁਝ ਨਹੀਂ ਕਰ ਸਕਦੀ ਸੀ। ਜਦੋਂ 21 ਸਾਲ ਦੀ ਹੋਈ ਤਾਂ ਮੈਂ ਘਰ ਤੋਂ ਭੱਜ ਕੇ ਇੱਕ ਝੁੱਗੀ ਵਾਲੇ ਦੇ ਨਾਲ ਵਿਆਹ ਕਰਵਾ ਲਿਆ। ਮੈਂ ਜਦੋਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਵੀ ਕਿਉਂ ਨਾ ਆਪਣਾ ਕਾਰੋਬਾਰ ਸ਼ੁਰੂ ਕਰਾਂ। ਮੈਂ ਜਾਣਦੀ ਸੀ ਕਿ ਇਹ ਵੱਡੇ ਲੋਕਾਂ ਦੇ ਬੱਚੇ ਬਹੁਤ ਵਿਗੜੇ ਹੋਏ ਹੁੰਦੇ ਹਨ, ਅਕਸਰ ਗਲਤ ਸੰਗਤ ਵਿੱਚ ਪੈ ਜਾਂਦੇ ਹਨ। ਆਪਣੇ ਗੁਨਾਹ ਦੀ ਨਿਸ਼ਾਨੀ ਤੋਂ ਪਿੱਛਾ ਛੁਡਾਉਣ ਦੀ ਖਾਤਰ
ਫਿਰ ਇਹ ਕੁਝ ਵੀ ਕਰਨ ਦੇ ਲਈ ਤਿਆਰ ਹੁੰਦੇ ਹਨ। ਦੂਜੇ ਪਾਸੇ ਕੁਝ ਬੇਔਲਾਦ ਲੋਕਾਂ ਦਾ ਵੀ ਭਲਾ ਹੋ ਜਾਂਦਾ ਹੈ। ਮੇਰਾ ਪਲਾਨ ਸੁਣ ਕੇ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ। ਉਸਨੇ ਮੈਨੂੰ ਤਲਾਕ ਦੇ ਦਿੱਤਾ। ਕਹਿਣ ਲੱਗਿਆ, ਮੈਂ ਗਰੀਬ ਜ਼ਰੂਰ ਹਾਂ ਪਰ ਇੱਜ਼ਤ ਨਾਲ ਰਹਿਣਾ ਪਸੰਦ ਕਰਦਾ ਹਾਂ। ਮੈਂ ਕੋਈ ਗਲਤ ਕੰਮ ਨਹੀਂ ਕਰ ਸਕਦਾ। ਮੈਂ ਅਮੀਰ ਲੋਕਾਂ ਦਾ ਗੁਨਾਹ ਲੁਕਾਉਣ ਦੀ ਖਾਤਰ ਉਹਨਾਂ ਤੋਂ 2 ਕਰੋੜ ਰੁਪਏ ਲੈਂਦੀ ਸੀ। ਫਿਰ ਮੈਂ ਸਭ ਨੂੰ ਇਹ ਕਹਿੰਦੀ ਸੀ ਕਿ ਮੈਂ ਬਿਨਾਂ ਬਾਪ ਦੇ ਬੱਚੇ ਪੈਦਾ ਕੀਤੇ ਹਨ। ਜੋ ਗੋਦ ਲਵੇਗਾ ਮਾਲਾ ਮਾਲ ਹੋ ਜਾਵੇਗਾ। ਲਾਲਚ ਵਿੱਚ ਗਰੀਬ ਲੋਕ ਲੈ ਜਾਂਦੇ ਸੀ। ਮੈਂ 20 ਲੱਖ ਰੁਪਏ ਉਹਨਾਂ ਦੇ ਘਰ ਸੁੱਟ ਦਿੰਦੀ ਸੀ ਤੇ ਉਹ ਲੋਕ ਸਮਝਦੇ ਸੀ ਕਿ ਇਹ ਬੱਚਾ ਬਹੁਤ ਜ਼ਿਆਦਾ ਖੁਸ਼ਕਿਸਮਤ ਹੈ। ਇਸੇ ਤਰ੍ਹਾਂ ਉਹਨਾਂ ਅਮੀਰ ਕੁੜੀਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ, ਬਲਕਿ ਉਹਨਾਂ ਨੂੰ ਇਹ ਤਸੱਲੀ ਹੁੰਦੀ ਕਿ ਉਹਨਾਂ ਦਾ ਬੱਚਾ ਚੰਗੇ ਖਾਨਦਾਨ ਵਿੱਚ ਹੈ ਤੇ ਸਹੀ ਪਰਵਰਿਸ਼ ਪਾ ਰਿਹਾ ਹੈ। ਮੈਂ ਜਿਸ ਕੁੜੀ ਦੇ ਘਰ ਗਈ ਸੀ ਉਹ ਵੀ ਆਪਣਾ ਬੱਚਾ ਦੇਣਾ ਚਾਹੁੰਦੀ ਸੀ ਕਿਉਂਕਿ ਉਸ ਤੋਂ ਗਲਤੀ ਹੋ ਗਈ ਸੀ। ਉਸ ਮੁੰਡੇ ਨੇ ਵੀ ਮੈਨੂੰ ਇਹੀ ਦੱਸਿਆ ਸੀ ਕਿ ਮੁਮਤਾਜ਼ ਬੇਗਮ ਦਾ ਪਹਿਲਾਂ ਵਿਆਹ ਹੋਇਆ ਸੀ ਤੇ ਫਿਰ ਤਲਾਕ ਹੋ ਗਿਆ ਸੀ। ਮੁਮਤਾਜ਼ ਇਸ ਪਲਾਨ ਨਾਲ ਗਰੀਬ ਲੋਕਾਂ ਨੂੰ ਬੇਵਕੂਫ ਬਣਾ ਰਹੀ ਸੀ। ਮੈਂ ਆਪਣੀ ਆਖਰੀ ਉਲਝਣ ਪੁੱਛੀ ਕਿ ਇਹ ਦੱਸ ਕੇ ਮੇਰੇ ਪਤੀ ਬਾਰੇ ਤੈਨੂੰ ਕਿਵੇਂ ਪਤਾ ਲੱਗਿਆ? ਕਹਿਣ ਲੱਗੀ, ਜਿਸ ਤੋਂ ਮੈਨੂੰ ਖਤਰਾ ਹੋਵੇ ਮੈਂ ਉਸ ਬਾਰੇ ਪਹਿਲਾਂ ਤੋਂ ਹੀ ਸਾਰਾ ਕੁਝ ਪਤਾ ਕਰ ਲੈਂਦੀ ਹਾਂ। ਤੇਰੇ ਬਾਰੇ ਵਿੱਚ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਤੇਰਾ ਪਤੀ ਪਹਿਲਾਂ ਹੀ ਵਿਆਹ ਕਰਵਾ ਚੁੱਕਿਆ ਹੈ। ਮੈਂ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੂੰ ਉੱਥੇ ਬੁਲਾ ਕੇ ਮੁਮਤਾਜ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਮੇਰਾ ਪਤੀ ਮੇਰੇ ਤੋਂ ਵਾਰ-ਵਾਰ ਮਾਫੀ ਮੰਗ ਰਿਹਾ ਹੈ ਕਿਉਂਕਿ ਉਹ ਮੈਨੂੰ ਵੀ ਬਹੁਤ ਪਿਆਰ ਕਰਦਾ ਹੈ। ਦੋਸਤੋ, ਹੁਣ ਤੁਸੀਂ ਹੀ ਫੈਸਲਾ ਕਰਕੇ ਦੱਸੋ ਕਿ ਮੈਨੂੰ ਆਪਣੇ ਪਤੀ ਨਾਲ ਕੀ ਕਰਨਾ ਚਾਹੀਦਾ ਹੈ। ਉਸ ਨੂੰ ਛੱਡ ਦੇਵਾਂ ਜਾਂ ਉਸ ਨੂੰ ਮਾਫ ਕਰ ਦੇਵਾਂ? ਆਪਣੇ ਕੀਮਤੀ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ।